ਹੈਲੋ एवरीवन। ਅੱਜ ਅਸੀਂ ਕਰਨ ਜਾ ਰਹੇ ਹਾਂ ਪ੍ਰੈਗਮੈਟਿਜ਼ਮ ਇਨ ਐਜੂਕੇਸ਼ਨ ਦਾ ਲਾਸਟ ਵੀਡੀਓ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਜੋ ਕਨਸੈਪਟ ਇਹਦੇ ਬੱਚੇ ਨੇ ਫਿਲਾਸਫੀ ਦੇ ਉਹ ਕਰਾਂਗੇ। ਸਾਡੇ ਕੋਲ ਹੈ ਪ੍ਰੈਗਮੈਟਿਜ਼ਮ ਐਂਡ ਡਿਸਿਪਲਿਨ। ਫਿਰ ਪ੍ਰੈਗਮੈਟਿਜ਼ਮ ਦੀ ਫਿਲਾਸਫੀ 'ਚ ਟੀਚਰ ਦਾ ਰੋਲ ਕੀ ਹੈ, ਪ੍ਰੈਗਮੈਟਿਜ਼ਮ ਐਂਡ ਪਿਊਪਲ ਸਟੂਡੈਂਟ ਕੀ ਰੋਲ ਅਦਾ ਕਰਦਾ ਇਹਨਾਂ ਦੇ ਅਨੁਸਾਰ ਐਜੂਕੇਸ਼ਨ ਸਿਸਟਮ ਦੇ ਵਿੱਚ, ਪ੍ਰੈਗਮੈਟਿਜ਼ਮ ਐਂਡ ਸਕੂਲ ਦਾ ਕੀ ਰੋਲ ਹੈ। ਤਾਂ ਅਸੀਂ ਅੱਜ ਇਹ 4 ਟੌਪਿਕ ਕਰਕੇ ਆਪਣੀ ਫਿਲਾਸਫੀ ਹੈ ਜਿਹੜੀ ਉਹ ਖ਼ਤਮ ਕਰਾਂਗੇ। ਤਾਂ ਇੱਕ ਇੱਕ ਕਰਕੇ ਹੁਣ ਇਹਨਾਂ ਨੂੰ ਅਸੀਂ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਪ੍ਰੈਗਮੈਟਿਜ਼ਮ ਐਂਡ ਡਿਸਿਪਲਿਨ। ਉਪਯੋਗਤਾਵਾਦੀਆਂ ਅਨੁਸਾਰ ਡਿਸਿਪਲਿਨ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਐਜੂਕੇਸ਼ਨ ਪ੍ਰੋਸੈਸ ਦੇ ਵਿੱਚ। ਬੱਚੇ ਦਾ ਸੈਲਫ ਡਿਸਿਪਲਿਨ ਹੋਣਾ ਚਾਹੀਦਾ ਹੈ। ਸਾਡੀ ਜਿਹੜੀ ਟੀਚਿੰਗ ਲਰਨਿੰਗ ਪ੍ਰੋਸੈਸ ਆ ਇੰਨੀ ਜ਼ਿਆਦਾ ਇਫੈਕਟਿਵ ਹੋਵੇ ਕਿ ਬੱਚਾ ਆਪਣੇ ਆਪ ਡਿਸਿਪਲਿਨ 'ਚ ਰਹਿਣਾ ਸਿੱਖ ਜਾਵੇ। ਨਾ ਹੀ ਇਹ ਕਹਿੰਦੇ ਨੇ ਕਿ ਬੱਚੇ ਨੂੰ ਪੁਨਿਸ਼ਮੈਂਟ ਦਿਓ, ਨਾ ਹੀ ਬੱਚੇ ਨੂੰ ਇੰਨੀ ਫਰੀਡਮ ਦਿਓ ਕਿ ਬੱਚਾ ਜਿਹੜਾ ਉਹ ਡਿਸਿਪਲਿਨ ਭੰਗ ਕਰੇ। ਤਾਂ ਬੱਚੇ ਨੂੰ ਇਸ ਤਰ੍ਹਾਂ ਮੋਡੀਫਾਈ ਕਰੋ ਕਿ ਉਹ ਆਪਣੇ ਆਪ ਡਿਸਿਪਲਿਨ 'ਚ ਰਹਿਣਾ ਸਿੱਖ ਜਾਵੇ। ਫਿਰ ਹੈ ਸੋਸ਼ਲ ਡਿਸਿਪਲਿਨ। ਸੋਸ਼ਲ ਡਿਸਿਪਲਿਨ ਦਾ ਮਤਲਬ ਹੁੰਦਾ ਅਕੋਰਡਿੰਗ ਟੂ ਸੋਸ਼ਲ ਨੋਰਮਸ। ਸੋਸਾਇਟੀ ਦੇ ਨੋਰਮਸ ਦੇ ਅਕੋਰਡਿੰਗ ਡਿਸਿਪਲਿਨ 'ਚ ਅਸੀਂ ਰਹਿੰਦੇ ਹਾਂ। ਸੋਸਾਇਟੀ ਜੋ ਚੀਜ਼ ਚੰਗੀ ਆ, ਜੋ ਚੀਜ਼ ਮਾੜੀ ਆ, ਜੋ ਸਾਡੇ ਲਈ ਸਹੀ ਰਸਤੇ ਬਣਾਏ ਹੋਏ ਨੇ ਜਾਂ ਸਾਡੇ ਲਈ ਮਨਾਹੀ ਜਿਹੜੀਆਂ ਗੱਲਾਂ ਤੋਂ ਕੀਤੀ ਹੋਈ ਆ, ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹੋਏ ਡਿਸਿਪਲਿਨ ਰੱਖਦੇ ਹਾਂ ਤਾਂ ਸੋਸ਼ਲ ਡਿਸਿਪਲਿਨ ਕਹਾਉਂਦਾ ਏ ਅਕੋਰਡਿੰਗ ਟੂ ਸੋਸ਼ਲ ਨੋਰਮਸ। ਤਾਂ ਬੱਚਾ ਇਹ ਜਿਹੜਾ ਪ੍ਰੈਗਮੈਟਿਕ ਐਜੂਕੇਸ਼ਨ ਦੇ ਵਿੱਚ ਸੋਸ਼ਲ ਡਿਸਿਪਲਿਨ ਰੱਖਣ ਵਾਲਾ ਹੋਣਾ ਚਾਹੀਦਾ ਏ। ਫਿਰ ਹੈ ਡੈਮੋਕ੍ਰੇਟਿਕ ਡਿਸਿਪਲਿਨ। ਡੈਮੋਕ੍ਰੇਟਿਕ ਡਿਸਿਪਲਿਨ ਹੁੰਦਾ ਅਕੋਰਡਿੰਗ ਟੂ ਡੈਮੋਕ੍ਰੇਸੀ। ਤਾਂ ਇਹਦੇ ਵਿੱਚ ਇਹਨਾਂ ਨੇ ਨੈਸ਼ਨਲ ਡਿਸਿਪਲਿਨ ਦੀ ਗੱਲ ਕੀਤੀ ਆ ਕਿ ਜਿਹੜਾ ਬੱਚਾ ਹੈ ਉਹ ਗਰੁੱਪ ਦੇ ਵਿੱਚ ਕੰਮ ਕਰਨ ਵਾਲਾ ਹੋਣਾ ਚਾਹੀਦਾ। ਮੀਨਸ ਗਰੁੱਪ ਵਰਕ, ਕੋਆਪਰੇਸ਼ਨ ਦੀ ਭਾਵਨਾ, ਇਕੁਐਲਿਟੀ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬੱਚੇ ਦੇ ਵਿੱਚ ਸਮਾਈਆਂ ਜਾਣੀਆਂ ਚਾਹੀਦੀਆਂ ਤਾਂ ਕਿ ਬੱਚਾ ਡੈਮੋਕ੍ਰੇਟਿਕ ਡਿਸਿਪਲਿਨ ਦੇ ਵਿੱਚ ਰਹਿ ਸਕੇ ਅਕੋਰਡਿੰਗ ਟੂ ਨੈਸ਼ਨਲ। ਜੋ ਵੀ ਉਹਦੀਆਂ ਇੰਪੋਰਟੈਂਸ ਆ, ਜਿਹੜੀ ਵੀ ਸਰਕਾਰ ਆ, ਜਿਸ ਤਰ੍ਹਾਂ ਦੀ ਵੀ ਉਹਦੇ ਸੋਸਾਇਟੀ ਦੇ ਵਿੱਚ ਰਾਜ ਚੱਲ ਰਿਹਾ, ਉਸ ਦੇ ਨਿਯਮਾਂ ਦੇ ਅਕੋਰਡਿੰਗ ਬੱਚਾ ਹੈ ਜਿਹੜਾ ਉਹ ਰਹੇ। ਫਿਰ ਸਾਡੇ ਕੋਲ ਹੈ ਰੋਲ ਆਫ ਟੀਚਰ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਆ ਟੀਚਰ ਦੀ ਪੋਜੀਸ਼ਨ ਦੀ। ਤਾਂ ਅਧਿਆਪਕ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ। ਅਧਿਆਪਕ ਆ ਜਿਹੜਾ ਉਹ ਨਾ ਤਾਂ ਬਹੁਤ ਹੀ ਜ਼ਿਆਦਾ ਅੱਗੇ ਹੋਣਾ ਚਾਹੀਦਾ ਏ ਕਿ ਬੱਚੇ ਜਿਹੜੇ ਨੇ ਉਹ ਪੈਸਿਵ ਲਰਨਰ ਬਣ ਕੇ ਰਹਿ ਜਾਣ, ਅਧਿਆਪਕ ਆਪਣੀਆਂ ਮਨਮਾਨੀਆਂ ਕਰਨ ਵਾਲਾ ਹੋਵੇ, ਇਹ ਨਹੀਂ ਹੋਣਾ ਚਾਹੀਦਾ। ਨਾ ਹੀ ਅਧਿਆਪਕ ਦਾ ਰੋਲ ਇਹਨਾਂ ਨੇ ਬਹੁਤ ਪਿੱਛੇ ਕੀਤਾ ਏ ਨੈਚੁਰਲਿਜ਼ਮ ਦੇ ਅਕੋਰਡਿੰਗ ਕਿ ਅਧਿਆਪਕ ਜਿਹੜਾ ਉਸਦਾ ਕੋਈ ਰੋਲ ਨਹੀਂ, ਸਾਰਾ ਰੋਲ ਬੱਚੇ ਦਾ ਏ। ਤਾਂ ਇਹ ਅਧਿਆਪਕ ਦੀ ਪੋਜੀਸ਼ਨ ਆ ਜਿਹੜੀ ਉਹ ਸੈਂਟਰ ਪੁਆਇੰਟ 'ਚ ਰੱਖਦੇ ਨੇ ਬੱਚੇ ਦੇ ਨਾਲ ਨਾਲ ਕਿ ਜੇ ਬੱਚਾ ਇੰਪੋਰਟੈਂਟ ਆ ਤਾਂ ਟੀਚਰ ਦੀ ਪੋਜੀਸ਼ਨ ਵੀ ਇੰਪੋਰਟੈਂਟ ਹੈ। ਫਿਰ ਹੈ ਟੀਚਰ ਮਸਟ ਵੀ ਐਕਸਪੈਰੀਮੈਂਟਲਿਸਟ। ਜਿਹੜਾ ਅਧਿਆਪਕ ਆ ਉਹ ਪ੍ਰਯੋਗਵਾਦੀ ਹੋਣਾ ਚਾਹੀਦਾ ਏ ਤਾਂ ਹੀ ਉਹ ਨਵੇਂ ਪ੍ਰਯੋਗ ਨੇ ਜਿਹੜੇ ਬੱਚਿਆਂ ਨੂੰ ਸਿਖਾ ਸਕਦਾ ਏ। ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਐਕਸਪੀਰੀਅੰਸਡ ਪਰਸਨ ਹੋਣਾ ਚਾਹੀਦਾ ਹੈ ਜਿਹਨੇ ਜ਼ਿੰਦਗੀ ਦੇ ਵਿੱਚ ਨਵੇਂ ਤਜਰਬੇ ਹਾਸਲ ਕੀਤੇ ਹੋਣ। ਫਿਰ ਹੈ ਅਰੇਂਜਰ ਆਫ ਐਕਸਪੀਰੀਅੰਸ। ਜੇ ਅਧਿਆਪਕ ਨੇ ਆਪਣੇ ਆਪ ਐਕਸਪੀਰੀਅੰਸ ਲਏ ਹੋਏ ਨੇ ਤਾਂ ਉਹ ਬੱਚੇ ਲਈ ਵੀ ਸਟੇਜ ਸੈੱਟ ਕਰ ਸਕਦਾ ਐਕਸਪੀਰੀਅੰਸਿਸ ਦੀ ਤਾਂ ਕਿ ਬੱਚੇ ਅਨੁਭਵ ਪ੍ਰਾਪਤ ਕਰ ਸਕਣ। ਤਾਂ ਇਸ ਤਰ੍ਹਾਂ ਅਸੀਂ ਕਹਾਂਗੇ ਅਧਿਆਪਕ ਦਾ ਰੋਲ ਆ ਕਿ ਉਹ ਅਰੇਂਜਮੈਂਟ ਕਰੇ ਕਿ ਬੱਚਿਆਂ ਨੂੰ ਐਕਸਪੀਰੀਅੰਸ ਹੋਣ, ਲਾਈਫ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕਰੇ। ਤਾਂ ਆਪਣੇ ਕਨਸੈਪਟ ਨੂੰ ਇਸ ਤਰ੍ਹਾਂ ਮੋਡੀਫਾਈ ਕਰੇ ਕਿ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋਣ ਕਿ ਬੱਚਾ ਲਾਈਫ ਦੇ ਐਕਸਪੀਰੀਅੰਸ ਲਵੇ। ਅੱਗੇ ਸਾਡੇ ਕੋਲ ਆ ਜਾਂਦਾ ਨੌਲੇਜ ਆਫ ਟੀਚਰ। ਅਧਿਆਪਕ ਦੀ ਜਿਹੜੀ ਕਨਸੈਪਟ ਦੀ ਗ੍ਰਿਪ ਆ, ਨੌਲੇਜ ਆ, ਉਹ ਹੋਣੀ ਚਾਹੀਦੀ ਆ। ਉਸ ਨੂੰ ਆਪਣੇ ਵਿਸ਼ਾ ਵਸਤੂ ਦਾ ਪੂਰਾ ਗਿਆਨ ਹੋਣਾ ਚਾਹੀਦਾ ਕਿ ਕੀ ਪੜ੍ਹਾਉਣਾ ਉਸਨੇ, ਬੱਚਿਆਂ ਨੂੰ ਕੀ ਸਿਖਾਉਣਾ ਹੈ। ਫਿਰ ਹੈ ਕੁਆਲਿਟੀਜ਼ ਆਫ ਟੀਚਰ। ਇਹਦੇ ਵਿੱਚ ਉਸ ਦੀਆਂ ਪਰਸਨੈਲਿਟੀ ਦੀਆਂ ਕੁਆਲਿਟੀਜ਼ ਆ ਜਾਣਗੀਆਂ, ਉਸ ਦੇ ਬਿਹੇਵੀਅਰ ਦੀਆਂ ਕੁਆਲਿਟੀਜ਼ ਆ ਜਾਣਗੀਆਂ। ਤਾਂ ਅਧਿਆਪਕ ਦੇ ਵਿੱਚ ਬਹੁਤ ਸਾਰੇ ਗੁਣ ਮੌਜੂਦ ਹੋਣੇ ਚਾਹੀਦੇ ਨੇ ਜਿਹੜੇ ਕਿ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਣ
ਤੇ ਬੱਚੇ ਉਹਨੂੰ ਕੀ ਆ ਅਧਿਆਪਕ ਨੂੰ ਫੋਲੋ ਕਰ ਸਕਣ ਤੇ ਟੀਚਿੰਗ ਲਰਨਿੰਗ ਪ੍ਰੋਸੈਸ ਆ ਜਿਹੜੀ ਉਹ ਇੰਟਰਸਟਿੰਗ ਬਣ ਸਕੇ। ਅੱਗੇ ਹੈ ਡਿਊਟੀਜ਼ ਆਫ ਟੀਚਰ। ਜੇ ਅਸੀਂ ਸਮਾਜ ਦੇ ਵਿੱਚ ਦੇਖੀਏ ਤਾਂ ਅਧਿਆਪਕ ਦੀਆਂ ਡਿਊਟੀਜ਼ ਨੇ ਜਿਹੜੀਆਂ ਬਹੁਤ ਜ਼ਿਆਦਾ ਨੇ, ਤਾਂ ਬਹੁਤ ਜ਼ਿਆਦਾ ਰਿਸਪੌਂਸਿਬਿਲਟੀਜ਼ ਨੇ, ਕਿਉਂਕਿ ਨੇਸ਼ਨ ਬਿਲਡਰ ਕਹਿੰਦੇ ਹਾਂ ਅਸੀਂ ਟੀਚਰ ਨੂੰ, ਜਿਸ ਨੇ ਰਾਸ਼ਟਰ ਦੀ ਕਮਾਨ ਜਿਹੜੀ ਆ ਉਹ ਸੰਭਾਲਣ ਲਈ ਇੱਕ ਇਸ ਤਰ੍ਹਾਂ ਦੀ ਜਨਰੇਸ਼ਨ ਤਿਆਰ ਕਰਨੀ ਆ ਕਿ ਜੋ ਜਿਹੜਾ ਕੰਟਰੀ ਆ ਜਾਂ ਨੇਸ਼ਨ ਆ ਉਸ ਨੂੰ ਡਿਵੈਲਪਮੈਂਟ ਦੇ ਰਸਤੇ 'ਤੇ ਲੈ ਜਾਣ। ਤਾਂ ਅਧਿਆਪਕ ਦੀਆਂ ਡਿਊਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ। ਤਾਂ ਇਹਨਾਂ ਨੇ ਮੰਨਿਆ ਹੈ ਕਿ ਅਧਿਆਪਕ ਆ ਜਿਹੜਾ, ਜੇ ਅਸੀਂ ਸਿਟੀਜ਼ਨਸ਼ਿਪ ਜਿਹੜੀ ਗੁੱਡ ਸਿਟੀਜ਼ਨਸ਼ਿਪ ਪ੍ਰੋਵਾਈਡ ਕਰਨੀ ਹੈ ਬੱਚਿਆਂ ਨੂੰ, ਚੰਗੇ ਨਾਗਰਿਕ ਬਣਾਉਣਾ ਹੈ, ਤਾਂ ਉਸ ਲਈ ਸਾਨੂੰ ਬਹੁਤ ਸਾਰੀਆਂ ਡਿਊਟੀਜ਼ ਨੇ ਜਿਹੜੀਆਂ ਉਹ ਅਦਾ ਕਰਨੀਆਂ ਪੈਣਗੀਆਂ। ਤਾਂ ਇਹ ਸਾਰੀਆਂ ਡਿਊਟੀਜ਼ ਨੇ ਜਿਹੜੀਆਂ ਉਹ ਇੱਕ ਅਧਿਆਪਕ ਦੀਆਂ ਨੇ ਕਿ ਉਹ ਕਿਸ ਤਰ੍ਹਾਂ ਨਾਲ ਬੱਚਿਆਂ ਦਾ ਬਿਹੇਵੀਅਰ ਮੋਡੀਫਾਈ ਕਰਦਾ ਕਿ ਉਹ ਨੈਸ਼ਨਲ ਡਿਵੈਲਪਮੈਂਟ ਦੇ ਵਿੱਚ ਰੋਲ ਅਦਾ ਕਰ ਸਕਣ। ਅੱਗੇ ਅਸੀਂ ਗੱਲ ਕਰਾਂਗੇ ਪ੍ਰੈਗਮੈਟਿਜ਼ਮ ਤੇ ਪਿਊਪਲ ਦੀ। ਪ੍ਰੈਗਮੈਟਿਜ਼ਮ ਦੇ ਅਕੋਰਡਿੰਗ ਜਿਹੜਾ ਸਟੂਡੈਂਟ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਬੱਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਬਹੁਤ ਜ਼ਰੂਰੀ ਹੈ। ਤਾਂ ਬੱਚਾ ਜਿਹੜਾ ਹੈ ਉਹ ਆਪਣੇ ਭਾਵ ਪ੍ਰਗਟ ਕਰਨ ਵਾਲਾ ਬਣਨਾ ਚਾਹੀਦਾ ਹੈ। ਤਾਂ ਸਾਨੂੰ ਇਸ ਤਰ੍ਹਾਂ ਦੀ ਪ੍ਰੋਸੈਸ ਬਣਾਉਣੀ ਚਾਹੀਦੀ ਹੈ ਕਿ ਬੱਚਾ ਕਦੇ ਵੀ ਝਿਜਕੇ ਨਾ। ਸਾਡੀ ਏਮ ਜਿਹੜੀ ਐਜੂਕੇਸ਼ਨ ਦਾ ਏਮ ਆ ਸਾਡਾ ਸੈਲਫ ਐਕਸਪ੍ਰੈਸ਼ਨ, ਤਾਂ ਉਹ ਚੀਜ਼ ਆ ਜਿਹੜੀ ਉਹ ਸਾਡੀ ਪੂਰੀ ਹੋ ਸਕੇ। ਤਾਂ ਬੱਚਾ ਹੈ ਜਿਹੜਾ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਵਾਲਾ ਹੋਣਾ ਚਾਹੀਦਾ ਹੈ, ਐਡਜਸਟੇਬਲ ਹੋਣਾ ਚਾਹੀਦਾ ਹੈ, ਮਾਹੌਲ ਮੁਤਾਬਕ ਉਸ ਨੂੰ ਆਪਣੇ ਆਪ ਨੂੰ ਜਿਸ ਤਰ੍ਹਾਂ ਦਾ ਵੀ ਵਾਤਾਵਰਨ ਉਸ ਨੂੰ ਅਡਾਪਟ ਕਰਨ ਵਾਲਾ ਹੋਣਾ ਚਾਹੀਦਾ ਹੈ। ਫਿਰ ਹੈ ਐਕਟਿਵ ਲਰਨਰ। ਬੱਚਾ ਹੈ ਜਿਹੜਾ ਉਹ ਐਕਟਿਵ ਲਰਨਰ ਹੋਣਾ ਚਾਹੀਦਾ, ਕਿਉਂਕਿ ਐਕਟੀਵਿਟੀ ਬੇਸਡ ਜਿਹੜੀ ਸਟੱਡੀ ਆ ਇਹ ਕਰਵਾਉਂਦੇ ਨੇ। ਤਾਂ ਇਸ ਤਰ੍ਹਾਂ ਦੀ ਸਟੱਡੀ ਦੇ ਵਿੱਚ ਹਮੇਸ਼ਾ ਹੀ ਬੱਚੇ ਐਕਟਿਵ ਰਹਿੰਦੇ ਨੇ, ਕਿਉਂਕਿ ਉਹ ਤਰ੍ਹਾਂ ਤਰ੍ਹਾਂ ਨਾਲ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਰਾਹੀਂ ਸਿੱਖਦੇ ਹੋਏ ਆਪਣੇ ਆਪ ਐਕਸਪੀਰੀਅੰਸ ਲੈਂਦੇ ਨੇ ਅਤੇ ਆਪਣੇ ਆਪ ਕੌਨਸ਼ੀਅਸ ਮਾਈਂਡ ਨਾਲ ਜਿਹੜੀ ਲਰਨਿੰਗ ਉਹ ਕਰਦੇ ਨੇ। ਫਿਰ ਹੈ ਦਾ ਲਰਨਰ ਵਿਲ ਡਿਟਰਮਾਈਨ ਹੀਜ਼ ਗੋਲਸ। ਇੱਥੇ ਇਹਨਾਂ ਨੇ ਖੁੱਲ੍ਹ ਦਿੱਤੀ ਆ ਕਿ ਜਿਹੜੇ ਲਰਨਰ ਨੇ ਉਹੀ ਆਪਣੀ ਗੋਲ ਨਿਸ਼ਚਿਤ ਕਰਨਗੇ ਕਿ ਉਹਨਾਂ ਨੇ ਕੀ ਸਿੱਖਣਾ ਹੈ। ਉਹਨਾਂ ਆਪਣੇ ਜਿਹੜੇ ਇੰਟਰਸਟ ਨੇ ਉਹਨਾਂ ਦੇ ਅਕੋਰਡਿੰਗ ਉਹ ਆਪਣੇ ਗੋਲਸ ਨਿਸ਼ਚਿਤ ਕਰਨਗੇ। ਤਾਂ ਇੱਥੇ ਰੋਲ ਬੱਚਿਆਂ ਦਾ ਇਹ ਵੀ ਆ ਕਿ ਉਹ ਕਿਸ ਤਰ੍ਹਾਂ ਦੀ ਸਾਈਡ ਵੱਲ ਨੂੰ ਜਾਂਦੇ ਨੇ। ਲਾਸਟ ਕੰਸੈਪਟ ਸਾਡਾ ਇਸ ਫਿਲਾਸਫੀ ਦਾ ਹੈਗਾ ਪ੍ਰੈਗਮੈਟਿਜ਼ਮ ਐਂਡ ਸਕੂਲ। ਤਾਂ ਸਕੂਲ ਦਾ ਬਹੁਤ ਵੱਡਾ ਰੋਲ ਆ ਪ੍ਰੈਗਮੈਟਿਜ਼ਮ ਦੇ ਅਕੋਰਡਿੰਗ। ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜੀ ਸ਼ੁਰੂ ਹੁੰਦੀ ਆ ਸਕੂਲ 'ਚ ਹੀ ਐਕਚੁਅਲੀ ਸ਼ੁਰੂ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਆ, ਇਟ ਇਜ਼ ਨਾਟ ਓਨਲੀ ਅ ਸੈਂਸ ਆਫ ਐਜੂਕੇਸ਼ਨ ਬਟ ਅ ਸੈਂਸ ਆਫ ਕਮਿਊਨਿਟੀ। ਤਾਂ ਅਸੀਂ ਸਿਰਫ ਇਹੀ ਨਹੀਂ ਕਹਿ ਸਕਦੇ ਕਿ ਐਜੂਕੇਸ਼ਨ ਦੀ ਸੈਂਸ ਨਾਲ ਹੀ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਬੁਲਾਉਂਦੇ ਹਾਂ ਜਾਂ ਬੱਚੇ ਆਉਂਦੇ ਨੇ। ਤਾਂ ਕਮਿਊਨਿਟੀ ਸਰਵਿਸ ਲਈ ਵੀ ਅਸੀਂ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹੈ। ਤਾਂ ਸਾਡਾ ਸਕੂਲ ਦਾ ਰੋਲ ਇਹ ਆ ਕਿ ਕਮਿਊਨਿਟੀ ਦੀ ਸਰਵਿਸ ਵੀ ਉੱਥੋਂ ਸ਼ੁਰੂ ਹੁੰਦੀ ਹੈ ਅਤੇ ਐਜੂਕੇਸ਼ਨ ਵੀ ਉੱਥੋਂ ਹੀ ਹੁੰਦੀ ਹੈ। ਫਿਰ ਇਟ ਪ੍ਰੀਪੇਅਰ ਸਟੂਡੈਂਟ ਟੂ ਬੀ ਬੈਟਰ ਸਿਟੀਜ਼ਨਸ। ਸਕੂਲ ਦਾ ਰੋਲ ਆ ਕਿ ਉਹ ਬੱਚਿਆਂ ਨੂੰ ਜਾਂ ਵਿਦਿਆਰਥੀਆਂ ਨੂੰ ਚੰਗੇ ਸਿਟੀਜ਼ਨ ਬਣਾਉਣ ਦੇ ਵਿੱਚ ਮਦਦ ਕਰਦਾ ਹੈ, ਉਹਨਾਂ ਨੂੰ ਬਣਾਉਣ ਲਈ ਐਨਵਾਇਰਨਮੈਂਟ ਪ੍ਰੋਵਾਈਡ ਕਰਦਾ ਹੈ ਅਤੇ ਉਹਨਾਂ ਨੂੰ ਤਿਆਰ ਕਰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸਕੂਲ ਇਜ਼ ਅ ਮਿਨੀਏਚਰ ਆਫ ਸੁਸਾਇਟੀ। ਮਿਨੀ ਸੁਸਾਇਟੀ ਕਹਿ ਸਕਦੇ ਹਾਂ ਅਸੀਂ ਸਕੂਲ ਨੂੰ, ਕਿਉਂਕਿ ਉੱਥੇ ਦਾ ਵਾਤਾਵਰਨ ਹੈ ਜਿਹੜਾ ਉਹ ਸੁਸਾਇਟੀ ਦੀ ਤਰ੍ਹਾਂ ਹੀ ਹੁੰਦਾ ਹੈ। ਫਿਰ ਹੈ ਸਕੂਲ ਇਜ਼ ਅ ਪਲੇਸ ਵੇਅਰ ਸਟੂਡੈਂਟਸ ਗੇਨ ਰੀਅਲ ਐਕਸਪੀਰੀਅੰਸਿਸ ਆਫ ਐਕਚੁਅਲ ਲਾਈਫ। ਤਾਂ ਸਕੂਲ ਇੱਕ ਇਸ ਤਰ੍ਹਾਂ ਦਾ ਸਥਾਨ ਆ ਪ੍ਰੈਗਮੈਟਿਕ ਐਜੂਕੇਸ਼ਨ ਅਨੁਸਾਰ, ਜਿੱਥੇ ਜਿਹੜੇ ਸਟੂਡੈਂਟ ਨੇ ਜਾਂ ਲਰਨਰ ਨੇ ਉਹ ਆਪਣੀ ਅਸਲੀ ਜ਼ਿੰਦਗੀ ਦੇ ਅਸਲੀ ਅਨੁਭਵ ਪ੍ਰਾਪਤ ਕਰਦੇ ਨੇ। ਤਾਂ ਇੱਥੇ ਐਕਚੁਅਲ ਲਾਈਫ ਦੇ ਐਕਸਪੀਰੀਅੰਸ ਦੀ ਗੱਲ ਕੀਤੀ ਗਈ ਹੈ ਜਿਹੜੇ ਸਕੂਲ ਦੇ ਵਿੱਚ ਮਿਲਦੇ ਨੇ ਬੱਚਿਆਂ ਨੂੰ। ਤਾਂ ਉੱਥੇ ਜੋ ਵੀ ਸਾਡੇ ਜਿਹੜੇ ਵੀ ਪੀਅਰ ਗਰੁੱਪਸ ਹੁੰਦੇ ਨੇ ਬੱਚਿਆਂ ਦੇ, ਜਾਂ ਬੱਚਿਆਂ ਦਾ ਜੋ ਵੀ ਗਰੁੱਪ ਹੁੰਦਾ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਬਿਹੇਵ ਕਰਦੇ ਨੇ ਜਿਵੇਂ ਇੱਕ ਸੁਸਾਇਟੀ ਦੇ ਮੈਂਬਰ ਬਿਹੇਵ ਕਰਦੇ ਹੁੰਦੇ ਨੇ। ਤਾਂ ਇਸ ਤਰ੍ਹਾਂ ਇਨਵਾਇਰਨਮੈਂਟ ਆ ਜਿਹੜਾ ਉਹ ਬੱਚਿਆਂ ਨੂੰ ਦਿੱਤਾ ਜਾਣਾ ਚਾਹੀਦਾ। ਤਾਂ ਇਸ ਤਰ੍ਹਾਂ ਨਾਲ ਇਹ ਜਿਹੜਾ ਸਕੂਲ ਦਾ ਕੰਸੈਪਟ ਆ ਸਾਡਾ ਕਲੀਅਰ ਹੁੰਦਾ ਹੈ। ਤਾਂ ਅੱਜ ਦੇ ਟੌਪਿਕ ਨੇ ਜਿਹੜੇ 4 ਅਸੀਂ ਕਲੀਅਰ ਕੀਤੇ ਨੇ।
ਡਿਸਪਲਿਨ, ਟੀਚਰ, ਪਿਊਪਲ ਐਂਡ ਸਕੂਲ ਵਾਲੇ। ਤਾਂ ਇਹਦੇ ਨਾਲ ਹੀ ਇਹ ਫਿਲਾਸਫੀ ਖਤਮ ਹੁੰਦੀ ਹੈ। ਅਗਲੀ ਫਿਲਾਸਫੀ ਵੱਲ ਨੂੰ ਵਧਾਂਗੇ ਅਸੀਂ। ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਸ ਦੇ ਐਕਸਪਲੇਨੇਸ਼ਨ ਦੇ ਵਿੱਚ ਜਾਂ ਪੁਆਇੰਟਸ ਦੇ ਵਿੱਚ ਕੋਈ ਡਾਊਟ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਪਲੀਜ਼। ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਇਸ ਤੋਂ ਵੱਧ ਪੁਆਇੰਟਸ ਸ਼ਾਇਦ ਇੱਕ ਕੁਐਸਚਨ ਦੇ ਵਿੱਚ ਨਾ ਮਿਲਣ, ਤੁਹਾਨੂੰ ਅਲੱਗ-ਅਲੱਗ ਬੁੱਕਸ ਚੱਕਣੀਆਂ ਪੈਣਗੀਆਂ। ਇਸ ਲਈ ਜੋ ਵੀ ਇਹਦੇ ਵਿੱਚ ਪੁਆਇੰਟ ਦਿੱਤੇ ਗਏ ਨੇ ਉਹ ਮੈਕਸਿਮਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਐਕਸਪਲੇਨੇਸ਼ਨ ਹੈ ਜਿਹੜੀ ਉਹ ਵੀਡੀਓ ਦੇ ਵਿੱਚ ਥੋੜ੍ਹੀ ਹੀ ਹੁੰਦੀ ਹੈ, ਕਿਉਂਕਿ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ। ਤਾਂ ਇਹਨਾਂ ਨੂੰ ਤੁਸੀਂ ਅੰਡਰਸਟੈਂਡ ਕਰਕੇ ਆਪਣੇ ਆਪ ਅੱਗੇ ਐਕਸਪਲੇਨ ਕਰ ਸਕਦੇ ਹੋ। ਤਾਂ ਅੱਜ ਲਈ ਇੰਨਾ ਹੀ ਕਾਫੀ। ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕਸ ਸਟੂਡੈਂਟ, ਥੈਂਕਸ ਅ ਲੋਟ। ਓਕੇ।